ज्यों बुलावहे त्यों बोल है स्वामी, कुदरत कवण हमारी। साध संग नानक जस गायो, जो प्रभ की अत प्यारी। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। सतनाम वाहिगुरु साहिब जी, गौड़ी की बार महला पंजवा। एक ओंकार सतगुर प्रसाद। सलोक महला पंजवा। नरक घोर बहु दुख घणे, अकिरत कणा का थान। तिन प्रभ मारे नानका, होए होए मुए हराम। महला पंजवा। आवखद सभे कीतियान, निंदक का दारू नाहे। आप भुलाए नानका, पच पच जोनी पाहे। पौड़ी पंजवा। तुस दिता पूरै सतगुरु, हार धान सच अखुट। सब अंदेसे मिट गए, जम का भौ छुट। काम क्रोध बुराइयां, संग साधु टुट। बिन सच्चे दूजा सेवदे, होए मरसन बुट। नानक को गुर बख्शिया, नामै संग जुट। नानक को गुरु बख्शिया, नामै संग जुट। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत किरपा की है। संगतां नूं ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 315 ਅੰਗ ਤੇ ਗੌੜੀ ਦੀ ਵਾਰ ਦੇ ਅੰਦਰ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਨਰਕ ਘੋਰ ਬਹੁਤ ਦੁੱਖ ਘਣੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਨਰਕ ਘੋਰ ਭਿਆਨਕ, ਨਰਕ ਵਿੱਚ ਬਹੁਤ ਘਣੇ, ਬਹੁਤ ਜ਼ਿਆਦਾ ਦੁੱਖ ਕਸ਼ਟ ਹਨ। ਨਰਕ ਘੋਰ ਬਹੁਤ ਦੁੱਖ ਘਣੇ, ਕਿ ਜੋ ਨਰਕ ਘੋਰ ਹੁੰਦਾ ਹੈ, ਭਿਆਨਕ ਨਰਕ ਹੁੰਦਾ ਹੈ, ਉਸ ਦੇ ਵਿੱਚ ਬਹੁਤ ਘਣੇ, ਬਹੁਤ ਜ਼ਿਆਦਾ ਦੁੱਖ ਦਾ ਜ਼ਿਆਦਾ ਕਸ਼ਟ ਹਨ। ਅਕਿਰਤ ਘਣਾ ਕਾ ਥਾਨ, ਜੋ ਅਕਿਰਤ ਘਨ ਕਿਸੇ ਦੁਆਰਾ ਕੀਤੇ ਹੋਏ ਉਪਕਾਰ ਤਾਈਂ ਭੁੱਲ ਜਾਣ,
ਉਹ ਇੱਕ ਅਕਿਰਤ ਘਣਾ ਦਾ ਥਾਂ ਹੈ, ਉੱਥੇ ਉਹਨਾਂ ਨੂੰ ਪਾਇਆ ਜਾਂਦਾ ਹੈ। ਜਿਹੜੇ ਕਿਸੇ ਦੇ ਕੀਤੇ ਹੋਏ ਦਾ ਉਪਕਾਰ ਉਸ ਨੂੰ ਭੁੱਲ ਜਾਣ, ਜਿਵੇਂ ਗੁਰੂ ਸਾਹਿਬ ਕਿਰਪਾ ਕਰਦੇ ਹਨ, ਅਤੇ ਜਦੋਂ ਗੁਰੂ ਸਾਹਿਬ ਦੀ ਕਿਰਪਾ ਨੂੰ ਭੁੱਲ ਜਾਣ ਜਿਹੜੇ ਜੀਵ, ਫਿਰ ਉਹ ਅਕਿਰਤ ਘਣ ਬਣ ਜਾਂਦੇ ਹਨ। ਅਕਿਰਤ ਘਣਾ ਦਾ ਫਿਰ ਥਾਂ ਉਹ ਨਰਕ ਘੋਰ ਹੀ ਹੈ। ਫਿਰ ਉੱਥੇ ਹੀ ਜਾ ਕੇ ਨਰਕ ਘੋਰ ਦੇ ਵਿੱਚ ਟਿਕਾਣਾ ਮਿਲਦਾ ਹੈ ਉਸ ਨੂੰ। ਮਹਾਰਾਜ ਜੀ ਅੱਗੇ ਕਥਨ ਕਰਦੇ ਹਨ, ਪ੍ਰਭ ਮਾਰੇ ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੂਏ ਹਰਾਮ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਿਸ ਪ੍ਰਭੂ ਪਰਮੇਸ਼ਰ ਨੇ ਇਹੋ ਜਿਹੇ ਸਾਖਤ ਪੁਰਸ਼ ਮਾਰਨਾ ਕੀਤੇ ਹਨ, ਜਿਹੜੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਂਦੇ ਹਨ। ਨਰਕ ਘੋਰ ਦੇ ਵਿੱਚ ਥਾਂ ਮਿਲਦਾ ਹੈ, ਜਿਨ੍ਹਾਂ ਨੂੰ ਨਰਕ ਘੋਰ ਦੇ ਵਿੱਚ ਜਾਣਾ ਪੈਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਤਿੰਨ ਪ੍ਰਭ ਮਾਰੇ ਨਾਨਕਾ, ਤਿੰਨ ਤਿਸ ਪ੍ਰਭੂ ਪਰਮੇਸ਼ਰ ਨੇ ਇਹੋ ਜਿਹੇ ਸਾਖਤ ਪੁਰਸ਼ ਅਕਿਰਤ ਘਣ ਲੋਕ ਮਾਰਨਾ ਕੀਤੇ ਹਨ। ਹੋਏ ਹੋਏ ਮੂਏ ਹਰਾਮ, ਉਹ ਹਰਾਮ ਬੇਧਰਮੀ ਹਰਾਮ ਦੇ ਹੋ ਕੇ ਮਰਦੇ ਹਨ, ਜੋ ਹਰਾਮੀ ਹਨ, ਕਿ ਕੀਤੇ ਹੋਏ ਉਪਕਾਰ ਦਾ ਜੋ ਮੰਨਦੇ ਨਹੀਂ, ਭੁੱਲ ਜਾਂਦੇ ਹਨ ਕਿ ਉਹ ਪਰਮੇਸ਼ਰ ਨੇ ਇਹੋ ਜਿਹੇ ਸਾਖਤ ਪੁਰਸ਼ ਮਾਰਨਾ ਕੀਤੇ ਹਨ। ਉਹ ਬੇਧਰਮੀ ਹਰਾਮ ਦੇ ਹੋ ਕੇ ਮਰਦੇ ਹਨ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਆਬ ਖਦ ਸਭੇ ਕੀਤੀਆਂ। ਪਰਮੇਸ਼ਰ ਨੇ ਸਭੇ ਸਭ ਤਰ੍ਹਾਂ ਦੇ ਰੋਗ ਦੀਆਂ ਆਬ ਖਦ ਦਵਾਈਆਂ ਕੀਤੀਆਂ ਬਣਾਈਆਂ ਹਨ। ਆਬ ਖਦ ਸਭੇ ਕੀਤੀਆਂ, ਕਿ ਪ੍ਰਭੂ ਪਰਮੇਸ਼ਰ ਨੇ ਸਭ ਤਰ੍ਹਾਂ ਦੇ ਰੋਗਾਂ ਦੀਆਂ ਦਵਾਈਆਂ ਕੀਤੀਆਂ ਬਣਾਈਆਂ ਹਨ। ਪਰੰਤੂ ਨਿੰਦਕ ਕਾ ਦਾਰੂ ਨਾ ਹੈ, ਪਰੰਤੂ ਨਿੰਦਿਆ ਕਰਨ ਵਾਲੇ ਪੁਰਸ਼ ਦਾ ਦਵਾ ਔਸਧ ਨਹੀਂ ਬਣਾਉਣਾ ਕੀਤਾ। ਉਸ ਪਰਮੇਸ਼ਰ ਨੇ ਨਿੰਦਕ ਵਾਸਤੇ ਕੋਈ ਵੀ ਦਾਰੂ ਬਣਾਉਣਾ ਨਹੀਂ ਕੀਤੀ। ਜੋ ਗੁਰਸਿੱਖ ਹਨ ਉਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ, ਕੀਤੇ ਹੋਏ ਪਿਛਲੇ ਕਰਮਾਂ ਦੇ ਲੇਖੇ ਵੀ ਮਿਟ ਜਾਂਦੇ ਹਨ। ਪਰ ਨਿੰਦਕ ਕਾ ਦਾਰੂ ਨਾ ਹੈ, ਪਰੰਤੂ ਨਿੰਦਿਆ ਕਰਨ ਵਾਲੇ ਪੁਰਸ਼ ਦਾ ਦਾਰੂ ਦਵਾਈ ਨਹੀਂ ਬਣਾਉਣਾ ਕੀਤੀ ਪਰਮੇਸ਼ਰ ਨੇ। ਆਪ ਭੁਲਾਏ ਨਾਨਕਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਕਰਮਾਂ ਦਾ ਫਲ ਦੇਣ ਵਾਸਤੇ ਭੁਲਾ ਦਿੱਤਾ ਹੈ। ਵਿਸਾਰਨਾ ਕਰਕੇ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਜੋ ਨਿੰਦਿਆ ਕਰਦੇ ਹਨ, ਨਿੰਦਿਆ ਦਾ ਫਲ ਦੇਣਾ ਕੀਤਾ ਹੈ। ਪਚ ਪਚ ਜੋਨੀ ਪਾਹੇ, ਉਹ ਪਚ ਪਚ ਮੁੜ ਮੁੜ ਕੇ ਪਚ ਕੇ ਸੜ ਕੇ ਜੂਨਾਂ ਦੇ ਵਿੱਚ ਪਾਏ ਜਾਂਦੇ ਹਨ। ਜਿਹੜੇ ਨਿੰਦਕ ਲੋਕ ਹਨ ਉਹ ਫਿਰ ਮੁੜ ਕੇ ਜੂਨਾਂ ਦੇ ਵਿੱਚ ਪਾਏ ਜਾਂਦੇ ਹਨ। ਮਹੱਲਾ ਪੌੜੀ ਪੰਜਵਾ। ਪੰਜ ਅੰਕ ਲਿਖਿਆ ਹੈ, ਭਾਵ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪੌੜੀ ਹੈ। ਪੰਜਵੇਂ ਪਾਤਸ਼ਾਹ ਪੌੜੀ ਦੇ ਅੰਦਰ ਸਮਝਾ ਰਹੇ ਹਨ, ਤੁਸ ਦਿੱਤਾ ਪੂਰਾ ਸਤਿਗੁਰੂ। ਜਿਨ੍ਹਾਂ ਨੂੰ ਪੂਰਨ ਸਤਿਗੁਰੂ ਗੁਰੂ ਸਾਹਿਬ ਜੀ ਨੇ ਸੱਚਾ ਅਤੇ ਅਖੁੱਟ ਨਾਮ ਮੁੱਕਣ ਵਾਲਾ ਹਰ ਨਾਮ ਧਨ ਅਖੁੱਟ ਹਰੀ ਪਰਮੇਸ਼ਰ ਦਾ ਨਾਮ ਧਨ ਰੋਕੜੀ ਪ੍ਰਸੰਨ ਹੋ ਕੇ ਦੇਣਾ ਕੀਤਾ ਹੈ। ਤੁਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸੱਚ ਅਖੁੱਟ, ਕਿ ਜਿਨ੍ਹਾਂ ਨੂੰ ਪੂਰਨ ਸਤਿਗੁਰਾਂ ਨੇ ਗੁਰੂ ਸਾਹਿਬ ਜੀ ਨੇ ਸੱਚਾ ਅਤੇ ਨਾਮ ਮੁੱਕਣ ਵਾਲਾ ਹਰੀ ਦਾ ਨਾਮ ਧਨ ਰੋਕੜੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਦੇਣਾ ਕੀਤਾ ਹੈ। ਸਭ ਅੰਦੇਸੇ ਮਿਟ ਗਏ, ਉਹਨਾਂ ਦੇ ਸਾਰੇ ਅੰਦੇਸੇ ਸੰਸੇ
मिट गए। जम का भौ छुट के ਇਹ ਜਿਹੜੇ ਅੰਦੇਸੇ ਸੀ, ਸੰਸੇ ਸੀ, ਡਰ ਸੀ, ਉਹ ਨਿਵਰਤ ਹੋ ਗਏ। ਤੇ ਜਮ ਕਾ ਭਉ ਛੁੱਟ, ਜਮਾਂ ਦਾ ਭਉ ਡਰ ਵੀ ਛੁੱਟ ਗਿਆ ਹੈ। ਜਮਾਂ ਦੇ ਡਰ ਤੋਂ ਵੀ ਛੁਟਕਾਰਾ ਪਾ ਲਿਆ ਹੈ। ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ। ਕਰੜੇ ਸ਼ਬਦ ਹਨ ਕਿ ਓਲੇ ਬੋਲਣ ਵਾਲੇ ਨਹੀਂ। ਛੁੱਟ, ਟੁੱਟ, ਬੁੱਟ, ਜੁੱਟ ਤੇ ਇਹ ਕਰੜੇ ਸ਼ਬਦ ਬੋਲਣ ਵਾਸਤੇ ਹਨ। ਮਹਾਰਾਜ ਜੀ ਕਹਿਣ ਲੱਗੇ ਸਭ ਅੰਦੇਸੇ ਮਿਟ ਗਏ, ਜਮ ਕਾ ਭਉ ਛੁੱਟ। ਉਹਨਾਂ ਦੇ ਸਾਰੇ ਅੰਦੇਸੇ ਸੰਸੇ ਨਿਵਰਤ ਹੋ ਗਏ ਹਨ। ਜਮਾਂ ਦਾ ਭਉ ਡਰ ਵੀ ਛੁੱਟ ਗਿਆ ਹੈ, ਛੁਟਕਾਰਾ ਪਾ ਲਿਆ ਹੈ। ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ। ਜਿਹੜਾ ਕਾਮ ਵਿਕਾਰ ਦ੍ਰਿਸ਼ਟੀ ਗੁੱਸਾ ਬੁਰਿਆਈਆਂ ਖੋਟਾ ਪਣ ਹੈ, ਇਹ ਮਹਾਤਮਾ ਦੀ ਸੰਗਤ ਕਰਕੇ ਟੁੱਟ ਜਾਂਦਾ ਹੈ। ਟੁੱਟ ਦਾ ਭਾਵ ਟੁੱਟ ਜਾਂਦਾ ਹੈ। ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ। ਜਿਹੜਾ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਬੁਰਿਆਈਆਂ ਖੋਟਾਪਣ, ਇਹ ਮਹਾਤਮਾ ਦੀ ਸਾਧੂਆਂ ਦੀ ਸੰਗਤ ਕਰਕੇ ਟੁੱਟ ਜਾਂਦਾ ਹੈ। ਬਿਨ ਸੱਚੇ ਦੂਜਾ ਸੇਮ ਦੇ। ਜਿਹੜੇ ਸਤ ਸਰੂਪ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਦੂਜਿਆਂ ਦਾ ਸੇਵਨ ਕਰਦੇ ਹਨ, ਕਿ ਜੋ ਬਿਨ ਸੱਚੇ ਦੂਜਾ ਸੇਮਦੇ, ਜਿਹੜੇ ਸੱਚ ਸਰੂਪ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਦੂਜਿਆਂ ਨੂੰ ਸੇਮਦੇ ਹਨ, ਸਿਮਰਦੇ ਹਨ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਮੜੀਆਂ ਮਸਾਣੀਆਂ ਦੀ ਪੂਜਾ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ ਹੋਏ ਮਰਸਨ ਬੁੱਟ। ਉਹ ਬੁੱਟ ਅੰਗਹੀਣ ਹੋ ਕੇ ਮਰਨਗੇ, ਭਾਵ ਬੇਆਸਰੇ ਹੋ ਕੇ ਮਰਨਗੇ। ਬੁੱਟ ਕਿਹਾ ਜਾਂਦਾ ਹੈ ਜੋ ਜਾਨਵਰ ਦੇ ਆਲਣੇ ਦੇ ਵਿੱਚ ਬਿਨਾਂ ਖੰਭਾਂ ਤੋਂ ਬੱਚਾ ਹੁੰਦਾ ਹੈ, ਕਿ ਉਹ ਆਲਣੇ ਦੇ ਵਿੱਚੋਂ ਡਿੱਗ ਕੇ ਮਰ ਜਾਂਦਾ ਹੈ। ਮੁੜ ਕੇ ਉਸ ਦੇ ਖੰਭ ਨਾ ਹੋਣ ਕਰਕੇ ਆਲਣੇ ਵਿੱਚ ਪਹੁੰਚਿਆ ਨਹੀਂ ਜਾਂਦਾ। ਜਿਹੜੇ ਸਤ ਸਰੂਪ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੀ ਸੇਵਾ ਕਰਦੇ ਹਨ, ਉਹ ਬੁੱਟ ਅੰਗਹੀਣ ਹੋ ਕਰਕੇ ਮਰਨਗੇ, ਭਾਵ ਬੇਆਸਰੇ ਹੋ ਕੇ ਮਰਨਗੇ। ਜੈਸਾ ਕਿ ਮਾਤਾ ਦੇ ਗਰਭ ਵਿੱਚ ਹੀ ਅੰਗ ਪਤੰਗ ਬਣਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ, ਉਹ ਐਸੇ ਹੀ ਮਰਨਗੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਸੇ ਦੀ ਸੇਵਾ ਪੂਜਾ ਕਰਦੇ ਹਨ, ਸਿਮਰਨ ਕਰਦੇ ਹਨ। ਮਹਾਰਾਜ ਜੀ ਨੇ ਵੀ ਸਮਝਾਉਣਾ ਕੀਤਾ ਹੈ ਬੜੇ ਹੀ ਵਿਸਥਾਰ ਨਾਲ, ਕਿ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਉਹ ਅੰਗਹੀਣ ਹੋ ਕਰਕੇ ਮਰਨਗੇ, ਭਾਵ ਬੇਆਸਰੇ ਮਰਨਗੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਕਿ ਉਹਨਾਂ ਨੂੰ ਫਿਰ ਸਾਰੇ ਰੋਗ ਵੀ ਚੁੰਬੜ ਜਾਂਦੇ ਹਨ। ਨਾਨਕ ਕੋ ਗੁਰ ਬਖਸਿਆ ਨਾਮੈ ਸੰਗ ਜੁਟ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਡੇ ਤਾਈਂ ਗੁਰੂ ਸਾਹਿਬ ਜੀ ਚੇਤਨ ਸਰੂਪ ਪਰਮੇਸ਼ਰ ਨੇ ਬਖਸ਼ਣਾ ਕੀਤਾ ਹੈ ਸਾਨੂੰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਨਾਨਕ ਕੋ ਗੁਰ ਬਖਸਿਆ ਨਾਮੈ ਸੰਗ ਜੁਟ। ਮਹਾਰਾਜ ਜੀ ਸਮਝਾ ਰਹੇ ਹਨ ਕਿ ਸਾਡੇ ਤਾਈਂ ਗੁਰੂ ਸਾਹਿਬ ਨੇ ਚੇਤਨ ਸਰੂਪ ਪਰਮੇਸ਼ਰ ਨੇ ਬਖਸ਼ਣਾ ਕੀਤਾ ਹੈ, ਅਤੇ ਨਾਮੇ ਸੰਗ ਜੁਟ, ਉਸ ਦੇ ਨਾਮ ਦੇ ਨਾਲ ਜੁੜ ਗਏ ਹਾਂ। ਹੇ ਭਾਈ, ਤੁਸੀਂ ਵੀ ਹਰ ਵਕਤ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਕਰੋ। ਸ਼ਲੋਕ ਮਹਲਾ ਚੌਥਾ। ਤਾਪਾ ਨਾ ਹੋਵੈ ਅੰਦਰੋਂ ਲੋਭੀ, ਨਿਤ ਮਾਇਆ ਨੋ ਫਿਰੈ ਜਜਮਾਲਿਆ। ਅੱਗੋਂ ਦੇ ਸੱਦਿਆ ਸੱਤੈ ਦੀ ਭਿਖਿਆ ਲੈ ਨਾਹੀ, ਪਿੱਛੋਂ ਦੇ ਪਛਤਾਏ ਕੈ
ਆਣ ਤਪੈ ਪੁੱਤ ਵਿੱਚ ਬਹਾਲਿਆ। ਮਹਾਰਾਜ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ। ਇਹ ਸਾਖੀ ਪੂਰਵਕ ਸ਼ਬਦ ਹੈ। ਜੈਸੇ ਸਾਖੀ ਹੁੰਦੀ ਹੈ, ਬਾਣੀ ਦੁਆਰਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ। ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦੀ 84 ਕੱਟਣ ਲਈ 84 ਪੌੜੀਆਂ ਵਾਲੀ ਬੋਹੜੀ ਸਾਹਿਬ ਤਿਆਰ ਕੀਤੀ, ਗੋਇੰਦਵਾਲ ਸਾਹਿਬ, ਉਸ ਦਾ ਚੱਠ ਕੀਤਾ, ਭਾਵ ਮਹੂਰਤ ਕੀਤਾ, ਤਾਂ ਬਹੁਤ ਵੱਡਾ ਜੱਗ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ। ਸਿੱਖ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜੀਆਂ। ਜਦੋਂ ਬੋਹੜੀ ਸਾਹਿਬ ਦਾ ਚੱਟ ਕੀਤਾ, ਭਾਵ ਉਦਘਾਟਨ ਕੀਤਾ, ਸੱਦਾ ਦਿੱਤਾ ਲੋਕਾਂ ਨੂੰ, ਦੂਰੋਂ ਦੂਰੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿੱਖ ਸੰਗਤਾਂ ਪੁੱਜੀਆਂ। ਉੱਥੇ ਗੋਇੰਦਵਾਲ ਸਾਹਿਬ ਵਿੱਚ ਇੱਕ ਮਰਵਾਹਿਆਂ ਦਾ ਬ੍ਰਾਹਮਣ ਤਪਾ ਰਹਿੰਦਾ ਸੀ। ਜਿਹੜਾ ਖੰਡੂਰ ਸਾਹਿਬ ਤਪਾ ਮੀਂਹ ਪੈਣ 'ਤੇ ਜੱਟਾਂ ਨੇ ਧੂ ਧੂ ਕੇ ਮਾਰ ਦਿੱਤਾ ਸੀ, ਉਸ ਦਾ ਇਹ ਮਿੱਤਰ ਸੀ। ਜੋ ਗੋਇੰਦਵਾਲ ਤਪਾ ਰਹਿੰਦਾ ਸੀ, ਇਹ ਉਸ ਤਪੇ ਦਾ ਮਿੱਤਰ ਸੀ, ਜਿਹੜੇ ਤਪੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਿੰਡੋਂ ਕਢਾਇਆ ਸੀ। ਤੇ ਅਮਰਦਾਸ ਮਹਾਰਾਜ ਜੀ ਨੇ ਫਿਰ ਕਿਹਾ ਸੀ ਕਿ ਇਸ ਨੂੰ ਧੂ ਕੇ ਉਸ ਖੇਤ ਵਿੱਚ ਲਿਜਾਓਗੇ, ਮੀਂਹ ਪਏਗਾ। ਜ਼ਿਮੀਂਦਾਰਾਂ ਨੇ ਧੂ ਧੂ ਕੇ ਮਾਰ ਦਿੱਤਾ ਸੀ। ਉਸ ਦਾ ਤਪਾ ਇਹ ਮਿੱਤਰ ਸੀ ਗੋਇੰਦਵਾਲ ਵਾਲਾ, ਜਿਸ ਕਰਕੇ ਇਹ ਗੁਰੂ ਜੀ ਨਾਲ ਈਰਖਾ ਰੱਖਦਾ ਸੀ। ਉਹ ਵੀ ਈਰਖਾ ਰੱਖਦਾ ਸੀ, ਇਹ ਵੀ ਈਰਖਾ ਰੱਖਦਾ ਸੀ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਈਰਖਾ ਰੱਖਦਾ ਸੀ। ਤਾਂ ਸਾਰਾ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਅਨੇਕਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ। ਗੁਰੂ ਜੀ ਨੇ ਸਾਰੇ ਸੁਨੇਹੇ ਭੇਜੇ, ਪਰ ਇਹ ਤਪਾ ਨਾ ਆਇਆ। ਬੋਹੜੀ ਸਾਹਿਬ ਦੀ ਚੱਟ ਵੇਲੇ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਸਾਰੇ ਸੁਨੇਹੇ ਭੇਜੇ ਗਏ, ਪਰ ਇਹ ਤਪਾ ਈਰਖਾ ਹੋਣ ਕਰਕੇ ਆਇਆ ਨਾ। ਫਿਰ ਸਤਿਗੁਰਾਂ ਨੇ ਹਰੇਕ ਲੰਗਰ ਛਕਣ ਵਾਲੇ ਨੂੰ ਪਹਿਲਾਂ 1-1 ਰੁਪਈਆ, ਫਿਰ 2-2 ਰੁਪਈਏ, ਫਿਰ 5-5 ਤੇ ਫਿਰ 10-10 ਰੁਪਈਏ ਦੇਣ ਦਾ ਹੁਕਮ ਕੀਤਾ। ਪਰੰਤੂ ਫਿਰ ਵੀ ਇਹ ਤਪਾ ਨਾ ਆਇਆ। ਫਿਰ ਗੁਰਾਂ ਨੇ ਕਿਹਾ ਕਿ 1-1 ਮੋਹਰ ਦਿਆਂਗੇ, ਜਿਹੜਾ ਆ ਕੇ ਇੱਥੇ ਲੰਗਰ ਛਕੇਗਾ। ਤਾਂ ਤਪੇ ਨੂੰ ਬਹੁਤ ਲਾਲਚ ਫੁਰ ਆਇਆ ਤੇ ਘਰੋਂ ਲੰਗਰ ਛਕਣ ਲਈ ਤੁਰ ਪਿਆ ਕਿ 3 ਮੋਹਰਾਂ ਮਿਲਣਗੀਆਂ, ਇੱਕ ਆਪ ਨੂੰ, ਇੱਕ ਘਰ ਵਾਲੀ ਨੂੰ, ਇੱਕ ਪੁੱਤਰ ਨੂੰ। ਇਹ ਲਾਲਚ ਦੇ ਵਿੱਚ ਲੰਗਰ ਛਕਣ ਲਈ ਤੁਰ ਪਿਆ। ਉਧਰ ਸੰਗਤ ਜ਼ਿਆਦਾ ਹੋਣ ਕਰਕੇ ਸਭ ਪੰਗਤਾਂ ਭਰ ਗਈਆਂ ਤੇ ਬਾਹਰਲੇ ਸਭ ਦਰਵਾਜ਼ੇ ਬੰਦ ਕਰ ਦਿੱਤੇ ਕਿ ਅੰਦਰ ਜਗ੍ਹਾ ਨਹੀਂ ਲੰਗਰ ਛਕਣ ਵਾਸਤੇ। ਤਾਂ ਗੇਟ 'ਤੇ ਖੜ੍ਹਨਾ ਪਿਆ। ਅੰਦਰ ਲੰਘਣ ਲਈ ਕੋਈ ਰਸਤਾ ਨਾ ਰਿਹਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਹਿਰੇ 'ਤੇ ਖੜ੍ਹੇ ਸਨ, ਜਿੱਥੇ ਲੰਗਰ ਛਕਾਉਣ ਵਾਸਤੇ ਲੰਘਾਇਆ ਜਾਂਦਾ ਸੀ। ਤਾਂ ਇਹ ਤਪਾ ਆਪ ਤਾਂ ਸੰਗ ਦਾ ਅੰਦਰ ਨਾ ਗਿਆ, ਗੇਟ ਤੋਂ ਆਪ ਤਾਂ ਸੰਗ ਦਾ ਅੰਦਰ ਨਾ ਗਿਆ, ਤੇ ਆਪਣੇ ਪੁੱਤਰ ਨੂੰ ਬੋਹੜੀ ਸਾਹਿਬ ਦੀ ਦਰਿਆ ਵਾਲੀ ਕੰਧ ਥਾਈਂ ਅੰਦਰ ਉਤਾਰਿਆ, ਕੰਧ 'ਤੇ ਚੜ੍ਹਾ ਦਿੱਤਾ ਤੇ ਕੰਧ ਤੋਂ ਕਿਹਾ ਕਿ ਥੱਲੇ ਛਾਲ ਮਾਰ ਕੇ ਅੰਦਰ ਚਲਿਆ ਜਾ। ਬੱਚਾ ਛੋਟਾ ਸੀ, ਕੰਧ ਤੋਂ ਡਿੱਗਣ ਕਰਕੇ ਉਸ ਦੀ ਲੱਤ ਟੁੱਟ ਗਈ ਬੱਚੇ ਦੀ। ਸਾਰੇ ਲੋਕ ਹੱਸਣ ਲੱਗ ਪਏ। ਉਸ ਵੇਲੇ ਤਪੇ ਦੀ ਜੋ ਹਾਲਤ ਹੋਈ ਸੀ, ਉਸ ਨੂੰ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਇਸ ਘਟਨਾ ਨੂੰ ਧਿਆਨ ਵਿੱਚ ਰੱਖ ਕੇ ਗੋਇੰਦਵਾਲ ਸਾਹਿਬ ਵਿਖੇ ਇਸ ਸ਼ਬਦ ਨੂੰ ਉਚਾਰਨ ਕਰਕੇ ਦੱਸਦੇ ਹਨ ਕਿ ਤਪੇ ਦੀ ਕੀ ਹਾਲਤ ਹੋਈ ਜਦੋਂ ਇਹ ਲੋਭ ਦੇ ਵਿੱਚ ਆ ਕੇ ਲੰਗਰ ਛਕਣ ਆਇਆ, ਪਰ ਪਹਿਲਾਂ ਨਾ ਆਇਆ।
महाराज जी कहन लगे तपा ना होवी अंदरों लोभी, नित माया नूं फिरै जजमालिया। कहन लगे हे भाई, ਜਿਹੜਾ ਅੰਦਰੋਂ ਹਿਰਦੇ ਵਿੱਚੋਂ ਲੋਭੀ ਲਾਲਚੀ ਹੋਵੇ ਉਹ ਤਪੀਆ ਨਹੀਂ ਹੁੰਦਾ। ਜਿਹੜਾ ਨਿਤਾ ਪ੍ਰਤੀ ਮਾਇਆ ਨੂੰ ਇਕੱਤਰ ਕਰਨ ਵਾਸਤੇ ਜਜਮਾਲਿਆ ਦੁਖੀ ਹੋਇਆ ਫਿਰਦਾ ਹੈ, ਮਾਇਆ ਦਾ ਹੀ ਜਜਮਾਲਿਆ ਦਬਾਇਆ ਹੋਇਆ ਫਿਰਦਾ ਹੈ। ਅੱਗੋਂ ਦੇ ਸੱਦਿਆ ਸੱਤੇ ਦੀ ਭਿੱਖਿਆ ਲਏ ਨਾਹੀ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਕਿ ਅੱਗੋਂ ਦੇ ਸੱਦਿਆ, ਅੱਗੋਂ ਪਹਿਲਾਂ ਤੋਂ ਨਿਰਮੰਤਨ ਦੇ ਕੇ ਸੱਦੇ ਦੁਆਰਾ ਸਰਦਾ ਨਾਲ ਗੁਰੂ ਸਾਹਿਬ ਜੀ ਨੇ ਜੱਗ ਵਿੱਚ ਆ ਕੇ ਸਤਕਾਰ ਦੀ ਭਿੱਖਿਆ ਲੈ ਨਹੀਂ ਸਕਿਆ। ਇਹ ਪਹਿਲਾਂ ਆ ਕੇ ਕਿ ਜਿਹੜੀ ਜੱਗ ਦੀ ਭਿੱਖਿਆ ਸੀ ਉਹ ਇਹ ਤਪਾ ਲੈ ਨਹੀਂ ਸਕਿਆ। ਫਿਰ ਪਿੱਛੋਂ ਮਗਰੋਂ ਪਰਤਾ ਕੇ ਤਪੇ ਨੇ ਆ ਕੇ ਆਪਣੇ ਪੁੱਤਰ ਨੂੰ ਪੰਗਤ ਵਿੱਚ ਬਿਠਾ ਦਿੱਤਾ। ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਕਿ ਉਸ ਵੇਲੇ ਪੰਜ ਲੋਕ, ਮੁਖੀ ਲੋਕ, ਪੰਚਾਇਤ ਦੇ ਲੋਕ, ਸ੍ਰੇਸ਼ਟ ਮਹਾਤਮਾ ਜਨ ਸਾਰੇ ਹੱਸਣ ਲੱਗ ਪਏ ਕਿ ਤਪੇ ਨੂੰ ਲਾਲਚ ਦੀਆਂ ਤਰੰਗਾਂ ਨੇ ਗਾਲ ਦਿੱਤਾ। ਭਾਵ ਜਦੋਂ 5 ਰੁਪਏ ਕਹੇ ਸੀ ਉਦੋਂ ਆਇਆ ਨਹੀਂ। ਹੁਣ ਮੋਹਰ ਸੁਣ ਕੇ ਆਪਣੇ ਪੁੱਤਰ ਨੂੰ ਬਿਠਾ ਦਿੱਤਾ, ਨਾਲੇ ਲੱਤ ਤੜਵਾ ਲਈ ਹੈ। ਜਿੱਥੇ ਥੋੜਾ ਧਨ ਵੇਖੈ ਤਿੱਥੈ ਤਪਾ ਭਿੱਟੈ ਨਾਹੀ, ਧਨ ਬਹੁਤੈ ਡਿਠੈ ਤਪੈ ਧਰਮ ਹਾਰਿਆ। ਕਿ ਜਿਸ ਥਾਂ ਥੋੜਾ ਘੱਟ ਪੈਸੇ ਰੋਕੜੀ ਵੇਖਦਾ ਸੀ ਉੱਥੇ ਤਪਾ ਛੂੰਹਦਾ ਨਹੀਂ ਸੀ, ਜਾਂਦਾ ਨਹੀਂ ਸੀ। ਜਦੋਂ ਸਤਿਗੁਰਾਂ ਨੇ ਕਿਹਾ ਕਿ ਮੋਹਰ ਦਿਆਂਗੇ, ਉਸ ਵੇਲੇ ਅਕਬਰੀ ਮੋਹਰ ਚਾਂਦੀ ਦੇ 20 ਰੁਪਈਆਂ ਦੀ ਹੁੰਦੀ ਸੀ। ਜਿਹੜੀ ਇੱਕ ਮੋਹਰ ਹੁੰਦੀ ਸੀ ਕਿ ਅਕਬਰ ਬਾਦਸ਼ਾਹ ਦੇ ਰਾਜ ਵੇਲੇ ਉਹ ਮੋਹਰ 20 ਰੁਪਈਆਂ ਦੀ ਹੁੰਦੀ ਸੀ। ਤਾਂ ਜ਼ਿਆਦਾ ਰੋਕੜੀ, ਜ਼ਿਆਦਾ ਧਨ ਨੂੰ ਵੇਖ ਕਰਕੇ ਕਿ ਇੱਕ ਜਣੇ ਨੂੰ 20 ਰੁਪਏ ਮਿਲਣਗੇ, 60 ਰੁਪਏ ਮਿਲ ਜਾਣਗੇ। 60 ਰੁਪਏ ਉਸ ਟਾਈਮ 'ਚ ਬਹੁਤ ਵੱਡੇ ਸੀ। ਕਿ ਇਹ ਬਹੁਤਾ ਧਨ ਦੇਖ ਕੇ, ਰੋਕੜੀ ਵੇਖ ਕੇ ਤਪੇ ਨੇ ਆਪਣੇ ਤਿਆਗ ਦਾ ਧਰਮ ਹਾਰ ਦਿੱਤਾ। ਧਰਮ ਤੋਂ ਹੀਣਾ ਹੋ ਗਿਆ, ਧਰਮ ਨਾ ਰਿਹਾ। ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ, ਬਹਿ ਸਾਧ ਜਨਾ ਵਿਚਾਰਿਆ। ਜਿਹੜੇ ਪੰਜ ਲੋਕ ਸਨ, ਪੰਚਾਇਤ ਸੀ, ਉਹ ਕਹਿਣ ਲੱਗੇ ਕਿ ਹੇ ਭਾਈ, ਹੇ ਭਰਾਵੋ, ਇਹ ਲਾਲਚੀ ਪੁਰਸ਼ ਤਪਾ ਨਹੀਂ ਹੁੰਦਾ, ਇਹ ਤਾਂ ਬਗਲਾ ਭਾਵ ਦੰਭੀ ਪਖੰਡੀ ਹੈ। ਸਾਧ ਸੰਗਤ ਬਾਬਾ ਬੁੱਢਾ ਜੀ ਆਦਿਕ ਭਗਤ ਜਨਾਂ ਨੇ ਬੈਠ ਕਰਕੇ ਇਹ ਵਿਚਾਰਿਆ, ਨਿਰਣਾ ਕੀਤਾ ਕਿ ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੈ। ਏਤ ਦੇਖੋ ਏਤ ਦੋਖੈ ਤਪਾ ਦਈਏ ਮਾਰਿਆ। ਕਿ ਸਤ ਪੁਰਖ ਦੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਤਪਾ ਨਿੰਦਿਆ ਕਰਦਾ ਸੀ, ਅਪਕੀਰਤੀ ਕਰਦਾ ਸੀ। ਅਤੇ ਸੰਸਾਰੈ ਕੀ ਉਸਤਤ ਵਿੱਚ ਹੋਵੈ, ਸੰਸਾਰ ਦੀ ਉਸਤਤ ਵਡਿਆਈ ਦੇ ਵਿੱਚ ਲੱਗਿਆ ਹੋਇਆ ਹੈ। ਏਤ ਦੋਖੈ ਤਪਾ ਦਈਏ ਮਾਰਿਆ। ਇਸ ਦੋਸ਼ ਕਰਕੇ ਤਪਾ ਪ੍ਰੇਰਕ ਪਰਮੇਸ਼ਰ ਨੇ ਮਾਰਨਾ ਕੀਤਾ ਹੈ। ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ। ਕਿ ਮਹਾਪੁਰਖਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਅਪਕੀਰਤੀ ਕਰਨ ਦਾ ਵੇਖੋ, ਜਿਹੜਾ ਤਪੇ ਨੂੰ ਫਲ ਲੱਗਿਆ, ਫਲ ਮਿਲਿਆ। ਭਾਵ ਜਿਤਨਾ ਪਾਪ ਲੱਗਿਆ ਹੈ ਕਿ ਇਸ ਤਪੇ ਦਾ ਤਾਪ ਕੀਤਾ ਹੋਇਆ, ਕਮਾਇਆ ਹੋਇਆ, ਸਾਰਾ ਬੇਅਰਥ ਚਲਿਆ ਗਿਆ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ
बाहर वह पंचां विच तपा सदाए, अंदरों वह तपा पाप कमाए। बाहर पंचां विच मुखियां विच मरवाहियां दियां पंचायतां विच बैठ करके ਆਪਣੇ ਆਪ ਨੂੰ ਤਪਾ ਤਪੀਆ ਸੁਣਾਉਂਦਾ ਸੀ ਕਿ ਮੈਂ ਤਪਸਵੀ ਹਾਂ। ਤੇ ਘਰ ਅੰਦਰ ਘਰ ਵਿੱਚ ਬੈਠ ਕੇ ਇਹ ਤਪੀਆ ਕਹਾਉਣ ਵਾਲਾ ਪਰ ਇਸਤਰੀ ਗਾਮਰ ਰੂਪ ਪਾਪ ਖੋਟੇ ਕਰਮ ਕਮਾਉਂਦਾ ਸੀ, ਬੜੇ ਖੋਟੇ ਕਰਮ ਕਮਾਉਂਦਾ ਸੀ। ਬਾਹਰ ਇਹ ਤਪੀਆ ਬਣਦਾ ਸੀ। ਤੇ ਮਹਾਰਾਜ ਜੀ ਕਹਿਣ ਲੱਗੇ ਇਹ ਬੜਾ ਪਾਪੀ ਸੀ, ਬੜਾ ਵਿਵਚਾਰੀ ਸੀਗਾ। ਇੱਕ ਵਾਰੀ ਮਰਵਾਹੇ ਕਿਧਰੋਂ ਦੂਰ ਪ੍ਰਦੇਸੋਂ ਚੱਲੇ ਸੀ। ਇੱਕ ਵਾਰੀ ਮਰਵਾਹੇ ਕਿਧਰੇ ਦੂਰ ਪ੍ਰਦੇਸ ਚੱਲੇ ਸੀ, ਬਾਹਰ ਜਾਣਾ ਸੀ। ਤਾਂ ਉਹਨਾਂ ਨੇ ਸੋਚਿਆ ਕਿ ਪਹਿਲਾਂ ਆਪਣੇ ਤਪਾ ਜੀ ਦੇ ਦਰਸ਼ਨ ਕਰ ਆਈਏ, ਕਿ ਤਪੇ ਨੂੰ ਗੁਰੂ ਮੰਨਦੇ ਸਨ, ਬੜਾ ਵੱਡਾ ਤਪਸਵੀ ਮੰਨਦੇ ਸਨ। ਸੋ ਇਹ ਸਾਰੇ ਮਰਵਾਹੇ ਇਕੱਠੇ ਹੋ ਕੇ ਤਪੇ ਦੇ ਘਰ ਉਸ ਦੇ ਦਰਸ਼ਨਾਂ ਨੂੰ ਆਏ। ਜਿਵੇਂ ਅੱਜ ਕੱਲ੍ਹ ਆਪਾਂ ਪ੍ਰਦੇਸਾਂ ਵਿੱਚ ਜਾਂਦੇ ਹਾਂ, ਗੁਰੂ ਕੋਲ ਆਉਂਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਅਤੇ ਇਸੇ ਤਰ੍ਹਾਂ ਇਸ ਕੋਲੇ ਤਪੇ ਕੋਲੇ ਉਹ ਲੋਕ ਉਸ ਸਮੇਂ ਦੇ ਆਉਂਦੇ ਸੀ, ਅਰਦਾਸਾਂ ਬੇਨਤੀਆਂ ਕਰਦੇ ਸੀ ਅਤੇ ਉਸ ਨੂੰ ਮੰਨਦੇ ਸੀ, ਉਸ ਤੋਂ ਆਸ਼ੀਰਵਾਦ ਲੈਂਦੇ ਸੀ। ਜਦੋਂ ਇਹ ਸਾਰੇ ਇਕੱਠੇ ਹੋ ਕੇ ਜੋ ਮਰਵਾਹੇ ਸਨ ਤਪੇ ਦੇ ਘਰ ਉਸ ਦੇ ਦਰਸ਼ਨਾਂ ਨੂੰ ਆਏ ਤਾਂ ਦਰਵਾਜ਼ਾ ਬੰਦ ਪਿਆ ਸੀ। ਇਹਨਾਂ ਨੇ ਦਰਵਾਜ਼ਿਆਂ ਨੂੰ ਬਹੁਤ ਖੜਕਾਇਆ, ਪਰ ਉਸ ਨੇ ਨਾ ਖੋਲ੍ਹੇ ਦਰਵਾਜ਼ੇ। ਮਰਵਾਹਿਆਂ ਨੇ ਗੁੱਸੇ ਵਿੱਚ ਆ ਕੇ ਦਰਵਾਜ਼ੇ ਤੋੜ ਕੇ ਅੰਦਰ ਗਏ ਤਾਂ ਅੰਦਰ ਤਪਾ ਪਰ ਇਸਤਰੀ ਨਾਲ ਲੰਪਟ ਹੋ ਰਿਹਾ ਸੀ। ਇਹ ਹਾਲਤ ਵੇਖ ਕੇ ਉਹਨਾਂ ਨੇ ਤਪੇ ਨੂੰ ਬਹੁਤ ਕੁੱਟਿਆ ਤੇ ਤਪੇ ਨੂੰ ਬਹੁਤ ਕੁੱਟਿਆ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਘਾ ਕਰ ਵਿਖਾਲਿਆ। ਜਿਹੜਾ ਇਹ ਲੁਕ ਕੇ ਖੋਟਾ ਕਰਮ ਕਮਾਉਂਦਾ ਸੀ, ਉਹ ਅੰਦਰਲਾ ਪਾਪ ਖੋਟਾ ਕਰਮ ਪਰਮੇਸ਼ਰ ਨੇ ਪੰਚਾਇਤ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ। ਧਰਮ ਰਾਏ ਜਮ ਕੰਕਰਾ ਨੂੰ ਆਖ ਛੱਡਿਆ। ਇਸ ਤਪੇ ਨੂੰ ਤਿੱਥੈ ਖੜ ਪਾਏ ਹੋ, ਜਿੱਥੈ ਮਹਾ ਹਤਿਆਰਿਆ। ਕਿ ਉਸ ਵੇਲੇ ਇਹ ਧਰਮ ਰਾਜੇ ਨੇ ਆਪਣੇ ਜਮ ਕੰਕਰਾਂ ਜਮਦੂਤਾਂ ਨੂੰ ਵੀ ਪਹਿਲਾਂ ਹੀ ਕਹਿ ਦਿੱਤਾ ਕਿ ਇਸ ਤਪੇ ਨੂੰ ਉੱਥੇ ਲਿਜਾ ਕੇ ਪਾਉਣਾ ਕਰੋ, ਜਿਸ ਥਾਂ ਮਹਾ ਵੱਡੇ ਹਥਿਆਰੇ ਪਾਏ ਜਾਂਦੇ ਹਨ, ਵੱਡੇ ਦੋਸ਼ ਵਾਲੇ ਪਾਏ ਜਾਂਦੇ ਹਨ। ਕਿ ਜਮਦੂਤਾਂ ਨੂੰ ਧਰਮਰਾਜ ਨੇ ਵੀ ਹੁਕਮ ਦੇ ਛੱਡਿਆ ਸੀ ਕਿ ਏਡਾ ਇਹ ਤਪਾ ਮਾੜਾ ਹੈ, ਖੋਟਾ ਹੈ, ਵਿਵਚਾਰ ਕਰਮ ਕਰਦਾ ਹੈ। ਇਸ ਨੂੰ ਉਸ ਥਾਂ 'ਤੇ ਪਾਇਓ ਜਿੱਥੇ ਵੱਡੇ ਹਥਿਆਰੇ ਪਾਏ ਜਾਂਦੇ ਹਨ। ਫਿਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਾਹੀਂ, ਇਹੋ ਸਤਿਗੁਰ ਹੈ ਫਟਕਾਰਿਆ। ਇਸ ਨੂੰ ਨਰਕ ਵਿੱਚ ਪਾ ਕੇ ਮੁੜ ਕੇ ਇਸ ਤਪੀਏ ਨੂੰ, ਇਸ ਤਪੇ ਦੇ ਮੂੰਹ ਨਾਲ ਕੋਈ ਲੱਗਣਾ ਨਾ ਕਰਿਓ। ਭਾਵ ਫਿਰ ਇਸ ਦੀ ਕੋਈ ਵੀ ਫਰਿਆਦ ਨਾ ਸੁਣਿਓ, ਕਿਉਂਕਿ ਇਹੋ ਸਤਿਗੁਰ ਹੈ ਫਟਕਾਰਿਆ। ਕਿਉਂਕਿ ਇਹ ਤਪਾ ਗੁਰੂ ਸਾਹਿਬ ਵੱਲੋਂ ਫਟਕਾਰਿਆ, ਧਰਕਾਰਿਆ, ਮਾਰਿਆ ਹੋਇਆ ਹੈ। ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਸੋ ਦਈਏ ਸਵਾਰਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਵਰਤ ਰਿਹਾ ਹੈ, ਉਹ ਅਸੀਂ ਕਹਿ ਕੇ ਸੁਣਾ ਦਿੱਤਾ ਹੈ। ਹੇ ਗੁਰਸਿੱਖੋ, ਜੋ ਹਰੀ ਸਰੂਪ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਵਰਤਿਆ ਸੀ, ਉਹ ਅਸੀਂ, ਮਹਾਰਾਜ ਜੀ ਕਹਿਣ ਲੱਗੇ, ਉਹ ਅਸੀਂ ਤੁਹਾਨੂੰ ਆਖ ਕਰਕੇ ਸੁਣਾ ਦਿੱਤਾ ਹੈ। ਪਰ ਇਸ ਗੱਲ ਨੂੰ ਉਹ ਹੀ ਜਾਣਦਾ ਹੈ ਜਿਹੜਾ ਪ੍ਰੇਰਕ ਪਰਮੇਸ਼ਰ ਨੇ ਆਪ
ਸਵਾਰਿਆ ਸਵਾਰਨਾ ਕੀਤਾ ਹੈ। ਮਹੱਲਾ ਚੌਥਾ। ਹਰ ਭਗਤਾਂ ਹਰ ਅਰਾਧਿਆ, ਹਰ ਕੀ ਵਡਿਆਈ। ਹਰ ਕੀਰਤਨ ਭਗਤ ਨਿਤ ਗਾਮਦੇ, ਹਰ ਨਾਮ ਸੁਖਦਾਈ। ਹਰ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ, ਬਖਸੀਅਨ ਨਿਤ ਚੜ੍ਹੈ ਸਵਾਈ। ਚੌਥੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਹਰ ਭਗਤਾਂ ਹਰ ਅਰਾਧਿਆ, ਕਿ ਪਰਮੇਸ਼ਰ ਦੇ ਭਗਤਾਂ ਸੇਵਕਾਂ ਨੇ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਅਰਾਧਨਾ ਕੀਤਾ ਹੈ। ਹਰ ਕੀ ਵਡਿਆਈ, ਉਹ ਜਾਣਦੇ ਹਨ ਕਿ ਹਰੀ ਪਰਮੇਸ਼ਰ ਦੀ ਹੀ ਵਡਿਆਈ ਉਸਤਤ ਹੈ। ਹਰ ਕੀਰਤਨ ਭਗਤ ਨਿਤ ਗਾਮਦੇ, ਕਿ ਭਗਤ ਸੇਵਕ ਜਨ ਨਿਤਾ ਪਰਾਤੀ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾਉਂਦੇ ਹਨ। ਕਿਉਂਕਿ ਹਰ ਨਾਮ ਸੁਖਦਾਈ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਖਦਾਈ, ਸੁੱਖਾਂ ਨੂੰ ਦੇਣ ਵਾਲਾ ਜਾਣ ਲਿਆ ਹੈ। ਸੁੱਖਾਂ ਨੂੰ ਦੇਣ ਵਾਲਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਅਰਾਧਦੇ ਹਨ, ਗਾਉਂਦੇ ਹਨ। ਹਰ ਭਗਤਾਂ ਨੂੰ ਨਿਤ ਨਾਵੈ ਦੀ ਵਡਿਆਈ, ਬਖਸੀਅਨ ਨਿਤ ਚੜ੍ਹੈ ਸਵਾਈ। ਕਿ ਪਰਮੇਸ਼ਰ ਨੇ ਆਪਣੇ ਭਗਤਾਂ ਸੇਵਕਾਂ ਜਨਾਂ ਨੂੰ ਨਿਤਾ ਪ੍ਰਾਤੀ ਨਾਮ ਦੀ ਵਡਿਆਈ, ਨਾਮ ਦੀ ਮਹਿਮਾ ਉੱਚਤਾ ਬਖਸ਼ਣਾ ਕੀਤੀ ਹੈ। ਨਿਤ ਚੜ੍ਹੈ ਸਵਾਈ, ਜੋ ਨਿਤਾ ਪ੍ਰਤੀ ਹੀ ਸਵਾਈ ਅਧਿਕ ਭਾਵ ਦੂਣੀ ਚੌਣੀ ਹੋ ਕੇ ਚੜ੍ਹਦੀ ਹੈ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਨ, ਆਪਣੀ ਪੈਜ ਰਖਾਈ। ਹਰੀ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਸਾਧ ਸੰਗਤ ਰੂਪੀ ਘਰੀ ਘਰ ਵਿੱਚ, ਸਰੂਪ ਰੂਪੀ ਘਰ ਵਿੱਚ ਇਸਤਤ ਕਰਕੇ ਟਿਕਾ ਕੇ ਬਿਠਾਉਣਾ ਕੀਤਾ ਹੈ। ਆਪਣੇ ਭਗਤਾਂ ਦੀ ਆਪ ਹੀ ਪੈਜ ਇੱਜ਼ਤ ਰੱਖਣਾ ਕੀਤੀ ਹੈ। ਜਿਹੜੀ ਭਗਤਾਂ ਦੀ ਪੈਜ ਪ੍ਰਤਿਸ਼ਠਾ ਪ੍ਰਤੱਗਿਆ ਰੱਖੀ ਹੋਈ ਹੈ, ਇਹ ਹਰੀ ਦੀ ਆਪਣੀ ਹੀ ਪੈਜ ਰੱਖੀ ਹੋਈ ਹੈ। ਨਿੰਦਕਾਂ ਪਾਸੋਂ ਹਰ ਲੇਖਾ ਮੰਗ ਸੀ, ਬਹੁ ਦੇਹ ਸਜਾਈ। ਨਿੰਦਿਆ ਕਰਨ ਵਾਲਿਆਂ ਦੇ ਪਾਸੋਂ ਕੋਲੋਂ ਹਰੀ ਪਰਮੇਸ਼ਰ ਹਿਸਾਬ ਕਿਤਾਬ ਮੰਗਦਾ ਹੈ ਅਤੇ ਬਹੁ ਦੇਹ ਸਜਾਈ, ਅਤੇ ਉਹਨਾਂ ਤਾਈਂ ਬਹੁਤ ਭਾਰੀਆਂ ਸਜ਼ਾਵਾਂ ਦਿੰਦਾ ਹੈ। ਜਿਹਾ ਨਿੰਦਕ ਆਪਣੇ ਜੀ ਕਮਾਮਦੇ, ਤੇਹੋ ਫਲ ਪਾਈ। ਨਿੰਦਿਆ ਕਰਨ ਵਾਲੇ ਆਪਣੇ ਜੀ ਆਪਣੇ ਦਿਲ ਵਿੱਚ ਜਿਹੋ ਜਿਹਾ ਕਰਮ ਕਮਾਉਂਦੇ ਹਨ, ਉਹ ਜਿਹਾ ਹੀ ਉਹ ਫਲ, ਉਹ ਲਾਭ ਕਰਮ ਦਾ ਨਤੀਜਾ ਪਾਉਂਦੇ ਹਨ। ਅੰਦਰ ਕਮਾਣਾ ਸਰ ਪਰ ਉਗੜੈ, ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ। ਅੰਦਰ ਕਮਾਣਾ ਸਰ ਪਰ ਉਗੜੈ, ਸਰ ਪਰ ਹੁੰਦਾ ਜ਼ਰੂਰ। ਜਿਹੜਾ ਅੰਦਰ ਬੈਠ ਕੇ ਭਾਵ ਲੁਕ ਕੇ ਕੋਈ ਕਰਮ ਕਮਾਇਆ ਹੈ, ਮਾੜਾ ਕਰਮ ਕਮਾਇਆ ਚਾਹੇ ਚੰਗਾ ਕਮਾਇਆ ਹੈ, ਉਹ ਸਰ ਪਰ ਉਹ ਜ਼ਰੂਰ ਬਰ ਜ਼ਰੂਰ ਪ੍ਰਗਟ ਹੋ ਆਉਂਦਾ ਹੈ। ਕੋਈ ਭਾਵੇਂ ਕਿਤਨਾ ਵੀ ਅੰਦਰ ਬੈਠ ਕੇ ਲੁਕ ਕਰਕੇ ਕੋਈ ਕਰਮ ਕਮਾਉਂਦਾ ਹੈ, ਉਹ ਜ਼ਰੂਰ ਉਗੜ ਆਉਂਦਾ ਹੈ, ਪ੍ਰਗਟ ਹੋ ਆਉਂਦਾ ਹੈ। ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ, ਭਾਵੇਂ ਕੋਈ ਜ਼ਮੀਨ ਦੇ ਵਿੱਚ ਬੈਠ ਕੇ ਲੁਕ ਕੇ ਕਮਾਉਣਾ ਕਰੇ, ਚਾਹੇ ਖੂਹ ਦੇ ਵਿੱਚ ਬੈਠ ਕੇ ਕਮਾਉਣਾ ਕਰੇ, ਪਰ ਉਹ ਬਾਹਰ ਉਗੜ ਹੀ ਆਉਂਦਾ ਹੈ, ਉੱਗਾ ਹੋ ਜਾਂਦਾ ਹੈ, ਪਤਾ ਲੱਗ ਜਾਂਦਾ ਹੈ। ਜਨ ਨਾਨਕ ਦੇਖਿਆ ਵਿਗਸਿਆ, ਹਰ ਕੀ ਵਡਿਆਈ। ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਵੇਖ ਕਰਕੇ ਪ੍ਰਸੰਨ ਹੋ ਗਏ। ਹਰੀ ਦੀ ਐਸੀ ਵਡਿਆਈ, ਐਸੀ ਮਹਿਮਾ ਹੈ ਕਿ ਹਰੀ ਪਰਮੇਸ਼ਰ ਦੀ ਮਹਿਮਾ ਵਡਿਆਈ ਨੂੰ ਦੇਖ ਕੇ ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਹਰੀ ਪਰਮੇਸ਼ਰ ਦੀ ਵਡਿਆਈ ਮਹਿਮਾ ਉੱਚਤਾ ਨੂੰ ਦੇਖ ਕਰਕੇ ਭਗਤ ਸੰਤ ਜਨਾਂ ਦਾ ਹਿਰਦਾ ਅਤਿਅੰਤ
ਵਿਗਸਿਆ ਰਹਿੰਦਾ ਹੈ, ਪ੍ਰਸੰਨ ਹੋਇਆ ਰਹਿੰਦਾ ਹੈ। ਪੌੜੀ ਮਹੱਲਾ ਪੰਜਵਾ। ਇਹ ਪੌੜੀ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ। ਸ਼ਬਦ ਪਿੱਛੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੀ। ਇਸੇ ਕਰਕੇ ਪੌੜੀਆਂ ਦੇ ਮਗਰ ਅੰਕ ਲੱਗੇ ਹੋਏ ਹਨ ਜਾਂ ਮਹੱਲਾ ਲਿਖਿਆ ਹੋਇਆ ਹੈ ਕਿ ਪੌੜੀਆਂ ਵੱਖਰੀਆਂ ਵੱਖਰੀਆਂ ਹਨ, ਕਿਤੇ ਪੰਜਵੇਂ ਪਾਤਸ਼ਾਹ ਦੀਆਂ, ਕਿਤੇ ਚੌਥੇ ਪਾਤਸ਼ਾਹ ਦੀਆਂ, ਕਿਤੇ ਤੀਜੇ ਪਾਤਸ਼ਾਹ ਦੀਆਂ। ਮਹਾਰਾਜ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪੌੜੀ ਦੇ ਵਿੱਚ ਬੜਾ ਹੀ ਵਿਸਥਾਰ ਨਾਲ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਭਗਤ ਜਨਾ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ। ਹੇ ਭਾਈ, ਭਗਤ ਜਨਾਂ ਦਾ, ਸੇਵਕ ਜਨਾਂ ਦਾ ਰਾਖਾ ਰੱਖਿਆ ਕਰਨ ਵਾਲਾ ਹਰੀ ਪਰਮੇਸ਼ਰ ਆਪ ਹੀ ਹੈ। ਇਸ ਕਰਕੇ ਸੇਵਕ ਜਨਾਂ ਦਾ ਪਾਪੀ ਹੁੰਦਾ ਖੋਟਾ ਪੁਰਸ਼ ਕੀ ਕਰ ਸਕਦਾ ਹੈ, ਭਾਵ ਕੀ ਵਿਗਾੜ ਸਕਦਾ ਹੈ। ਪਾਪੀ ਪੁਰਸ਼ ਭਗਤਾਂ ਦੀ ਕਿੰਨੀ ਵੀ ਨਿੰਦਿਆ ਕਰੀ ਜਾਵੇ, ਕਿੰਨਾ ਵੀ ਉਸ 'ਤੇ ਦੋਸ਼ ਲਾਈ ਜਾਵੇ, ਪਰ ਉਸ ਦਾ ਕੁਝ ਵਿਗਾੜ ਨਹੀਂ ਸਕਦਾ। ਗੁਮਾਨ ਕਰ ਮੂੜ ਗੁਮਾਨੀਆਂ, ਬਿਸ ਖਾਦੀ ਮਰੀਐ। ਮੂੜ ਮੂਰਖ ਗੁਮਾਨੀਆਂ ਹੰਕਾਰੀ ਪੁਰਸ਼ ਐਵੇਂ ਬੇਅਰਥ ਹੀ ਹੰਕਾਰ ਕਰਦੇ ਰਹਿੰਦੇ ਹਨ। ਗੁਮਾਨ ਕਰੇ ਮੂੜ ਗੁਮਾਨੀਆਂ, ਕਿ ਮੂੜ ਮੂਰਖ ਗੁਮਾਨੀਆਂ ਹੰਕਾਰੀ ਪੁਰਸ਼ ਐਵੇਂ ਬੇਅਰਥ ਹੀ ਗੁਮਾਨ ਕਰਦੇ ਹਨ, ਹੰਕਾਰ ਕਰਦੇ ਰਹਿੰਦੇ ਹਨ। ਅੰਤ ਨੂੰ ਬਿਸ ਖਾਧੀ ਮਰੀਐ। ਬਿਸ ਹੁੰਦਾ ਜ਼ਹਿਰ, ਕਿ ਅੰਤ ਨੂੰ ਵਿਸ਼ਿਆਂ ਰੂਪੀ ਨਿੰਦਿਆ ਰੂਪੀ ਜ਼ਹਿਰ ਨੂੰ ਖਾ ਕੇ ਮਰਦੇ ਹਨ। ਆਏ ਲੱਗੇ ਨੀ ਦੇਹ ਥੋੜੜੇ, ਤਉ ਪੱਕਾ ਖੇਤ ਲੁਣੀਐ। ਦੇਹ ਦਿਨ, ਕਿ ਆਏ ਲੱਗੇ ਨੀ ਦਿਨ ਦੇਹ ਥੋੜੜੇ, ਜਿਉਂ ਪੱਕਾ ਖੇਤ ਲੁਣੀਐ। ਉਹਨਾਂ 'ਤੇ ਜ਼ਿੰਦਗੀ ਮੌਤ ਦੇ ਥੋੜੇ ਦਿਨ, ਦੇਹ ਕਿਹਾ ਦਿਨ ਨੂੰ, ਦਿਨ ਆ ਕੇ ਲੱਗੇ ਹਨ, ਭਾਵ ਮੌਤ ਦੇ ਥੋੜ੍ਹੇ ਹੀ ਦਿਨ ਰਹਿੰਦੇ ਹਨ। ਜਿਉਂ ਪੱਕਾ ਖੇਤ ਲੁਣੀਐ, ਜਿਉਂ ਜਿਸ ਪ੍ਰਕਾਰ ਫਸਲ ਦਾ ਪੱਕਾ ਖੇਤ ਕੱਟ ਲਿਆ ਜਾਂਦਾ ਹੈ, ਉਹਨਾਂ ਹੰਕਾਰੀਆਂ ਦਾ ਤੇ ਗੁਮਾਨੀਆਂ ਦਾ, ਪਾਪੀ ਪੁਰਸ਼ਾਂ ਦਾ, ਜਿਹੜੇ ਭਗਤ ਜਨਾਂ ਨੂੰ ਤੰਗ ਕਰਦੇ ਹਨ, ਉਹਨਾਂ ਦਾ ਥੋੜ੍ਹੇ ਦਿਨ ਹੀ ਰਹਿ ਜਾਂਦੇ ਹਨ। ਇਸ ਤਰ੍ਹਾਂ ਧਰਮਰਾਜ ਦੇ ਜਮਦੂਤ ਕੱਟ ਲੈਂਦੇ ਹਨ, ਜਿਵੇਂ ਜ਼ਿਮੀਂਦਾਰ ਪੱਕੀ ਫਸਲ ਨੂੰ ਵੱਢ ਲੈਂਦਾ ਹੈ, ਇਉਂ ਉਹਨਾਂ ਨੂੰ ਪਾਪਾਂ ਕਰਕੇ ਪੱਕੇ ਹੋਇਆਂ ਨੂੰ ਵੱਢਿਆ ਜਾਣਾ ਹੈ। ਜਿਹੇ ਕਰਮ ਕਮਾਵੰਦੇ ਤੇ ਵੇਹੋ ਭਣੀਐ। ਇਹ ਜੀਵ ਜਿਹੋ ਜਿਹੇ ਕਰਮਾਂ ਨੂੰ ਕਮਾਉਂਦੇ ਹਨ, ਤਾਂ ਵੇਹੋ ਤਿਹੋ ਜਿਹੇ ਹੀ ਕਥਨ ਕੀਤੇ ਜਾਂਦੇ ਹਨ। ਪਾਪੀ ਹਨ ਤਾਂ ਪਾਪੀ ਕਿਹਾ ਜਾਂਦਾ ਹੈ, ਪੁੰਨੀ ਹਨ ਤਾਂ ਪੁੰਨੀ ਕਿਹਾ ਜਾਂਦਾ ਹੈ, ਧਰਮੀ ਹਨ ਤਾਂ ਧਰਮੀ ਕਿਹਾ ਜਾਂਦਾ ਹੈ। ਨਾਮ ਜਪਣ ਵਾਲੇ ਹਨ ਤਾਂ ਭਗਤ ਕਿਹਾ ਜਾਂਦਾ ਹੈ, ਭਗਤੀ ਕਰਨ ਵਾਲੇ ਕਿਹਾ ਜਾਂਦਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਭਾਵ ਜੇ ਬੰਦਗੀ ਕਰਦੇ ਹਨ ਤਾਂ ਪਰਮੇਸ਼ਰ ਦੇ ਪਿਆਰੇ ਭਗਤ ਆਖੇ ਜਾਂਦੇ ਹਨ। ਜੇ ਨਿੰਦਿਆ ਕਰਨ ਵਾਲੇ ਹਨ ਤਾਂ ਨਿੰਦਕ ਨੀਚ ਪੁਰਖ ਕਹੇ ਜਾਂਦੇ ਹਨ। ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਕਾ ਧਣੀਐ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ, ਸਾਡੇ ਸੇਵਕਾਂ ਦਾ ਮਾਲਕ ਬਹੁਤ ਵੱਡਾ ਹੈ ਅਤੇ ਸਭਨਾ ਸਾਰਿਆਂ ਦਾ ਹੀ ਧਣੀਐ, ਸੁਆਮੀ ਮਾਲਕ ਹੈ। ਸਲੋਕ ਮਹੱਲਾ ਚੌਥਾ। ਮਨਮੁਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ। ਚੌਥੇ ਪਾਤਸ਼ਾਹ